ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸ਼ਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨః ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰః ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨః ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰః ਚੰਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰਿ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਾਨਾ ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਾਨਾ ਟੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਧੰਤਾ ਦੇ ਯੋਗ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਕੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਵਿੱਚ PTC ਦੇ ਮਾਧਿਅਮ ਰਾਹੀਂ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁਖਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਇਤ ਕਲਯੁਗੀ ਜੀਵਾਂ ਦੇ ਉਧਾਰਕ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਅੱਜ ਦੇ ਪਾਵਨ ਹੁਕਮ ਅੰਦਰ ਸਤਿਗੁਰੂ ਜੀ ਨੇ ਨਾਮ ਦੇ ਰਸੀਏ ਵਾਹਿਗੁਰੂ ਦੇ ਆਸਰੇ ਰਹਿਣ ਵਾਲੇ ਪਰਮੇਸ਼ਰ ਦੇ ਪਿਆਰੇ ਉਹਨਾਂ ਦਾ ਜ਼ਿਕਰ ਸਤਿਗੁਰੂ ਜੀ ਨੇ ਕੀਤਾ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਸਵਾਸ ਲੈਂਦਿਆਂ ਗਿਰਾਸ ਭੋਜਨ ਛਕਦਿਆਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਵਿਸਰਦਾ, ਉਹ ਪੂਰਨ ਸੰਤ ਨੇ। ਆਪ ਵਾਹਿਗੁਰੂ ਦੀ ਕੀਰਤੀ ਕਰਕੇ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ। ਹੋਰ ਵੀ ਅਨੇਕਾਂ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਨੇ, ਜਿਹੜੇ ਉਹਨਾਂ ਦੀ ਸੰਗਤ ਵਿੱਚ ਆ ਜਾਂਦੇ ਨੇ। ਉਹਨਾਂ ਨੂੰ ਵੀ ਵਾਹਿਗੁਰੂ ਦੇ ਸਿਮਰਨ ਵਿੱਚ ਜੋੜ ਕੇ, ਭਗਤੀ ਵਿੱਚ ਜੋੜ ਕੇ ਪਰਮੇਸ਼ਰ ਨਾਲ ਮਿਲਾ ਦਿੰਦੇ ਨੇ। ਔਰ ਸੰਗਤ ਜੀ, ਉਹ ਨਾਮ ਦੇ ਰਸੀਏ ਇਤਨੇ ਕੁ ਸੀਤਲ ਨੇ ਕਿ ਦੁਨੀਆ ਦੇ ਅੰਦਰ ਕੁਝ ਵਸਤੂਆਂ ਠੰਡੀਆਂ ਮੰਨੀਆਂ ਨੇ, ਪਰ ਉਹ ਅੰਦਰ ਦੀ ਤਪਸ਼ ਨੂੰ, ਅੰਦਰ ਦੀ ਗਰਮੀ ਨੂੰ ਨਹੀਂ ਮਿਟਾ ਸਕਦੀਆਂ। ਪਰ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਟਿਕ ਗਿਆ, ਉਹ ਸਭ ਤੋਂ ਸੀਤਲ ਨੇ। ਇਹ ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਹੁਕਮ ਦੇ ਅੰਦਰ ਕਾਂਚੀ ਤੋਂ ਆਏ ਹੋਏ ਪੰਡਤ ਨੂੰ ਉਪਦੇਸ਼ ਦਿੰਦਿਆਂ ਦਰਸਾਇਆ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁਖਵਾਕ ਦੀ ਵਿਚਾਰ ਸਾਂਝੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਉਦਰਣ ਦਇਆਲੰ। ਸੰਗਤ ਜੀ, ਜੈਤਸਰੀ ਦੀ ਵਾਰ ਵਿੱਚ ਸਤਿਗੁਰੂ ਜੀ ਨੇ 17ਵਾਂ ਸ਼ਲੋਕ ਅਤੇ ਪੌੜੀ ਹੁਕਮ ਦੇ ਰੂਪ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤੀ ਹੈ।
ਔਰ ਇਹ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 709 ਤੇ ਸੁਭਾਏਮਾਨ ਹੈ। ਸ਼ਲੋਕ ਇਹ ਮੂਲ ਰੂਪ ਹੈ। ਇਹਦੀ ਵਿਆਖਿਆ ਸਤਿਗੁਰਾਂ ਨੇ ਪੌੜੀ ਵਿੱਚ ਕੀਤੀ ਹੈ। ਸ਼ਲੋਕ ਮੂਲ ਰੂਪ ਹੈ, ਪੌੜੀ ਟੀਕਾ ਰੂਪ ਹੈ। ਸ਼ਲੋਕ ਨਾਮ ਮੁਕਤੀ ਦਾ ਵੀ ਹੈ, ਸ੍ਰੇਸ਼ਟ ਲੋਕ ਦੀ ਪ੍ਰਾਪਤੀ ਕਰ ਲੈਣੀ। ਪੰਡਤ ਨੇ ਬੇਨਤੀ ਕੀਤੀ, ਮਹਾਰਾਜ ਸੰਤਾਂ ਦਾ ਉਧਾਰ ਕਿਵੇਂ ਹੁੰਦਾ ਹੈ? ਤਾਂ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਦਰਸਾਇਆ ਹੈ, ਸੰਤ ਉਧਰਣ ਦੇ ਆਲੰ। ਦਇਆ ਦਾ ਆਲੰ ਜੋ ਘਰ ਵਾਹਿਗੁਰੂ ਹੈ, ਵਾਹਿਗੁਰੂ ਦਾ ਓਟ ਆਸਰਾ ਲੈ ਕੇ ਸੰਤਾਂ ਦਾ ਉਧਾਰ ਪਰਮੇਸ਼ਰ ਨੇ ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਕੀਤਾ। ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ। ਪੰਡਤ ਨੇ ਬੇਨਤੀ ਕੀਤੀ, ਮਹਾਰਾਜ ਉਹਨਾਂ ਮਹਾਂਪੁਰਖਾਂ ਨੇ ਸੰਤਾਂ ਨੇ ਕੋਈ ਕਮਾਈ ਵੀ ਕੀਤੀ ਹੈ? ਸੱਚੇ ਪਾਤਸ਼ਾਹ ਜੀ ਕਹਿੰਦੇ, ਹਾਂ ਭਾਈ, ਆਸਰੰ ਗੋਪਾਲ ਕੀਰਤਨ ਹੈ। ਜੋ ਗੋਪਾਲ ਪ੍ਰਿਥਵੀ ਦਾ ਪਾਲਕ ਹੈ, ਉਸ ਵਾਹਿਗੁਰੂ ਦੇ ਕੀਰਤਨ ਦਾ ਆਸਰਾ ਉਹਨਾਂ ਸੰਤਾਂ ਨੇ ਲਿਆ ਹੈ। ਵਾਹਿਗੁਰੂ ਦੇ ਕੀਰਤਨ ਦੇ ਆਸਰੇ ਉਹ ਪਰਮੇਸ਼ਰ ਦੇ ਪਿਆਰੇ ਸੰਤ ਆਪ ਭੈਦਾਇਕ ਸੰਸਾਰ ਸਮੁੰਦਰ ਤੋਂ ਤਰ ਗਏ ਹਨ ਅਤੇ ਹੋਰ ਅਨੇਕਾਂ ਨੂੰ ਜਿਹੜੇ ਉਹਨਾਂ ਦੀ ਸੰਗਤ ਵਿੱਚ ਆਏ, ਉਹਨਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ। ਸੰਤ ਉਦਾਹਰਣ ਦਇਆਲੰ ਆਸਰੰ ਗੋਪਾਲ ਕੀਰਤਨ। ਦਇਆ ਦੇ ਘਰ ਵਾਹਿਗੁਰੂ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਦੇ ਕੀਰਤਨ ਦਾ ਆਸਰਾ ਆਏ ਹੋਏ ਜੀਵਾਂ ਨੂੰ ਦੇ ਕਰਕੇ ਉਹਨਾਂ ਦਾ ਵੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੱਤਾ। ਇਹ ਵਿਦਵਾਨਾਂ ਨੇ ਦੋ ਤਰ੍ਹਾਂ ਦਾ ਪਾਠ ਕੀਤਾ ਹੈ। ਇੱਕ ਪਾਠ ਮੁੱਖ ਹੈ, ਇੱਕ ਗੌੜ ਹੈ। ਜਿਹੜਾ ਮੁੱਖ ਪਾਠ ਹੈ ਉਹ ਉਦਰਣ ਹੈ ਤੇ ਜਿਹੜਾ ਗੌੜ ਪਾਠ ਹੈ ਉਹ ਉਦਾਹਰਣ ਹੈ। ਜਦੋਂ ਸਤਸੰਗੀਆਂ ਦੀ ਤਾਰਨ ਦੀ ਗੱਲ ਆਵੇਗੀ ਉਦੋਂ ਉਦਾਹਰਣ ਪਾਠ ਹੋਵੇਗਾ। ਸੰਤ ਆਪ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਵਾਹਿਗੁਰੂ ਦੀ ਕੀਰਤੀ ਕਰਦੇ ਰਹੇ ਤੇ ਦਇਆ ਦੇ ਘਰ ਵਾਹਿਗੁਰੂ ਨੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ। ਤੇ ਜਿਹੜੇ ਉਹਨਾਂ ਦੇ ਸਤ ਸੰਗੀ ਸਨ, ਸੰਤਾਂ ਨੇ ਉਹਨਾਂ ਨੂੰ ਵਾਹਿਗੁਰੂ ਦੀ ਕੀਰਤੀ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ। ਨਿਰਮਲੰ ਸੰਤ ਸੰਗੇਣ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਉਹਨਾਂ ਸੰਤਾਂ ਦਾ ਸੰਗੇਣ ਸੰਗਤ, ਉਹਨਾਂ ਦਾ ਸੰਗ ਕਰਨਾ ਨਿਰਮਲ ਪਵਿੱਤਰ ਹੈ ਅਤੇ ਜੀਵਾਂ ਨੂੰ ਵੀ ਉਹਨਾਂ ਦੀ ਸੰਗਤ ਪਵਿੱਤਰ ਕਰਦੀ ਹੈ। ਓਟ ਨਾਨਕ ਪਰਮੇਸ਼ਵਰ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਿਨ੍ਹਾਂ ਨੇ ਪਰਮੇਸ਼ਰ ਦੀ ਓਟ ਗ੍ਰਹਿਣ ਕੀਤੀ ਹੈ,
ਜਿਨ੍ਹਾਂ ਨੇ ਪਰਮੇਸ਼ਰ ਦੀ ਓਟ ਪਕੜੀ ਹੈ, ਉਹਨਾਂ ਸੰਤਾਂ ਦੀ ਸੰਗਤ ਕਰਨੀ ਲਾਭਦਾਇਕ ਹੈ। ਸੰਸਾਰ ਦੇ ਅੰਦਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਸੰਤ ਸਮੂਹ ਅਨੇਕ ਮਤੀ ਕੇ। ਅਨੇਕਾਂ ਮਤਾਂ ਦੇ ਸੰਤ ਨੇ, ਔਰ ਭੱਟਾ ਨੇ ਇਹ ਵੀ ਜ਼ਿਕਰ ਕੀਤਾ ਹੈ, ਰਹਿਓ ਸੰਤ ਆਉ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਆ ਮੁਖੋਂ ਇਹ ਪੰਡਤ ਬਿਠੇ, ਬਰਸ ਏਕ ਹਉ ਫਿਰਿਓ, ਕਿਨੇ ਨਹੁ ਪਰਚੋ ਲਾਇਓ, ਕਹਤੇ ਹੈ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਜਦੋਂ ਭੱਟ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਤਾਂ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ 1 ਸਾਲ ਹੋ ਗਿਆ ਹੈ ਤੁਰੇ ਫਿਰਦਿਆਂ ਨੂੰ, ਬਹੁਤ ਸਾਰੇ ਸੰਤ ਸਾਧ ਵੇਖੇ ਨੇ, ਪਰ ਮਨ ਨੂੰ ਕਿਤੇ ਵੀ ਪ੍ਰਸੰਨਤਾ ਪ੍ਰਾਪਤ ਨਹੀਂ ਹੋਈ। ਉਹਨਾਂ ਦੀਆਂ ਕਹਾਵਤਾਂ ਤਾਂ ਬਹੁਤ ਸੁਣੀਆਂ ਨੇ, ਪਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਰਹਿਤ ਵੇਖ ਕੇ ਮਨ ਪ੍ਰਸੰਨ ਨਹੀਂ ਹੋਇਆ। ਸਤਿਗੁਰੂ ਜੀ ਕਹਿੰਦੇ ਨੇ, ਐਣ ਵਿਰਲੇ ਨਾ ਹੀ ਘਣੇ, ਪੈਲ ਪਕੜ ਸੰਸਾਰ। ਸੰਗਤ ਜੀ, ਐਸੇ ਨਾਮ ਦੇ ਰਸੀਏ, ਰੱਬ ਨਾਲ ਜੁੜੇ ਹੋਏ, ਇੱਕ ਮਿਕ ਹੋਏ ਹੋਏ ਹੈਨ ਜ਼ਰੂਰ, ਪਰ ਹੈਨ ਬਹੁਤ ਵਿਰਲੇ। ਔਰ ਉਹਨਾਂ ਵਿਰਲਿਆਂ ਦਾ ਸਾਂਗ ਬਣਾ ਕੇ, ਉਹਨਾਂ ਦਾ ਲਿਬਾਸ ਧਾਰਨ ਕਰਕੇ ਤੇ ਹੋਰ ਵੀ ਕਈ ਬਣ ਗਏ ਹੋਣਗੇ, ਪਰ ਉਹ ਟਾਵੇਂ ਟਾਵੇਂ ਨੇ ਜਿਨ੍ਹਾਂ ਦੀ ਗੱਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ, ਜਿਨ੍ਹਾਂ ਨੇ ਪਰਮੇਸ਼ਰ ਦੀ ਓਟ ਗ੍ਰਹਿਣ ਕੀਤੀ ਹੈ, ਜਿਹੜੇ ਵਾਹਿਗੁਰੂ ਦਾ ਕੀਰਤਨ ਕਰਦੇ ਨੇ, ਅੱਠੇ ਪੈਰੋਂ ਦੀ ਕੀਰਤੀ ਕਰਦੇ ਨੇ। ਉਸ ਦਇਆ ਦੇ ਘਰ ਵਾਹਿਗੁਰੂ ਨੇ ਸੰਤਾਂ ਦਾ ਉਧਾਰ ਕੀਤਾ ਹੈ, ਤੇ ਸੰਤਾਂ ਦੀ ਸੰਗਤ ਵਿੱਚ ਜੋ ਵੀ ਮਾਈ ਭਾਈ ਆਇਆ, ਸੰਤਾਂ ਨੇ ਵਾਹਿਗੁਰੂ ਨਾਲ ਜੋੜ ਕਰਕੇ, ਪ੍ਰਭੂ ਦੀ ਕੀਰਤੀ ਵਿੱਚ ਜੋੜ ਕਰਕੇ ਉਹਨਾਂ ਦਾ ਵੀ ਉਧਾਰ ਕਰ ਦਿੱਤਾ ਹੈ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਕਰੋੜਾਂ ਅਪਰਾਧ ਕਰਨ ਵਾਲੇ ਜਦੋਂ ਸੰਤਾਂ ਦੀ ਸੰਗਤ ਵਿੱਚ ਆਉਂਦੇ ਨੇ ਤੇ ਸੰਤ ਉਹਨਾਂ ਨੂੰ ਜੀ ਦਾਣ ਦੇ ਕੇ ਭਗਤੀ ਵਿੱਚ ਜੋੜ ਦਿੰਦੇ ਨੇ। ਭਗਤੀ ਵਿੱਚ ਲਾ ਕੇ ਤੇ ਵਾਹਿਗੁਰੂ ਨਾਲ ਉਹਨਾਂ ਨੂੰ ਇੱਕ ਮਿਕ ਕਰ ਦਿੰਦੇ ਨੇ। ਜਨਮ ਜਨਮ ਕਾ ਵਿਛੜਿਆ ਹੋਵੇ, ਤਿਨ ਹਰਸਿਓ ਆਣ ਮਿਲਾਵੇ। ਜਨਮਾਂ ਜਨਮਾਤਰਾ ਤੋਂ ਵਿਛੜੇ ਹੋਏ ਨੂੰ ਵਾਹਿਗੁਰੂ ਨਾਲ ਲਿਆ ਕੇ ਮਿਲਾ ਦਿੰਦੇ ਨੇ। ਉਹ ਪਰਮੇਸ਼ਰ ਦੇ ਪਿਆਰੇ ਸੰਤ, ਜਿਨ੍ਹਾਂ ਨੂੰ ਕੇਵਲ ਓਟ ਆਸਰਾ ਪਰਮੇਸ਼ਰ ਦਾ। ਚੰਦਨ ਚੰਦ ਨਾ ਸਰਦ ਰੁੱਤ। ਸੱਚੇ ਪਾਤਸ਼ਾਹ ਜੀ ਕਹਿੰਦੇ, ਦੁਨੀਆ ਦੇ ਅੰਦਰ ਚੰਦਨ ਬਹੁਤ ਠੰਡਾ ਹੈ, ਔਰ ਇਸੇ ਤਰ੍ਹਾਂ ਹੀ ਚੰਦਰਮਾ ਦੀ ਰੋਸ਼ਨੀ ਇਹ ਵੀ
ਠੰਡੀ ਮੰਨੀ ਹੈ ਅਤੇ ਸਰਦੀ ਦੀ ਰੁੱਤ ਇਹ ਵੀ ਬਹੁਤ ਠੰਡੀ ਮੰਨੀ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਤਾਂ ਚੰਦਨ ਹੀ ਇੰਨਾ ਠੰਡਾ ਹੈ, ਨਾ ਚੰਦਰਮਾ ਦੀਆਂ ਕਿਰਨਾਂ ਹੀ ਇੰਨੀਆਂ ਠੰਡੀਆਂ ਨੇ, ਤੇ ਨਾ ਹੀ ਸਰਦੀ ਦੀ ਰੁੱਤ ਇੰਨੀ ਠੰਡੀ ਆ। ਮੂਲ ਨ ਮਿਟਈ ਕਹਾਮ। ਸੱਚੇ ਪਾਤਸ਼ਾਹ ਜੀ ਕਹਿੰਦੇ ਮੂਲ ਕਦਾ ਚਿੱਤ ਵੀ। ਕਾਮ ਨਾਮ ਗਰਮੀ ਦਾ ਹੈ, ਤਪਸ਼ ਦਾ ਹੈ ਸੰਗਤ ਜੀ। ਸਤਿਗੁਰੂ ਜੀ ਕਹਿੰਦੇ ਮੂਲੋਂ ਕਦਾ ਚਿੱਤ ਵੀ ਇਹਨਾਂ ਵਸਤੂਆਂ ਦੇ ਨਾਲ ਜੀਵ ਦੀ ਗਰਮੀ ਨਹੀਂ ਮਿਟਦੀ। ਚੰਦਨ ਰਗੜ ਕੇ ਸਰੀਰ ਤੇ ਲਾ ਲਿਆ, ਸਰੀਰ ਨੂੰ ਠੰਡ ਤਾਂ ਪਈ, ਪਰ ਮਨ ਜਿਉਂ ਦਾ ਤਿਉਂ ਉਬਾਲੇ ਖਾਂਦਾ ਹੈ। ਸੰਗਤ ਜੀ ਚੰਦਰਮਾ ਦੀ ਭਿੱਜੀ ਹੋਈ ਰਾਤ ਵਿੱਚ ਚੰਦਰਮਾ ਦੀਆਂ ਕਿਰਨਾਂ ਦੀ ਠੰਡ ਤਾਂ ਪ੍ਰਾਪਤ ਕੀਤੀ, ਪਰ ਮਨ ਦੀ ਤਪਸ਼ ਦੂਰ ਨਹੀਂ ਹੋਈ। ਸਰਦੀ ਭਾਵੇਂ ਜਿੰਨੀ ਮਰਜ਼ੀ ਠੰਡੀ ਹੋਵੇ, ਸਰਦੀ ਦੇ ਮੌਸਮ ਵਿੱਚ ਆਪਾਂ ਸਰਦੀ ਤੋਂ ਬਚਣ ਵਾਸਤੇ ਕਈ ਲੀੜੇ ਕੱਪੜੇ ਸਰੀਰ ਤੇ ਪਹਿਨਦੇ ਹਾਂ। ਸੰਗਤ ਜੀ ਇਹ ਸਰਦੀ ਮਨ ਨੂੰ ਸ਼ਾਂਤੀ ਨਹੀਂ ਦਿੰਦੀ, ਮਨ ਠੰਡਾ ਨਹੀਂ ਹੁੰਦਾ। ਮਨ ਸਰਦੀ ਦੇ ਮੌਸਮ ਵਿੱਚ ਵੀ ਉਬਾਲੇ ਖਾਂਦਾ ਹੈ, ਗੁੱਸੇ ਵਿੱਚ ਆਉਂਦਾ ਹੈ, ਕ੍ਰੋਧ ਵਿੱਚ ਆਉਂਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾ ਤਾਂ ਭਾਈ ਚੰਦਨ ਹੀ ਠੰਡਾ ਹੈ, ਨਾ ਚੰਦ ਹੀ ਠੰਡਾ ਹੈ, ਨਾ ਸਰਦੀ ਦੀ ਰੋਟੀ ਠੰਡੀ ਹੈ, ਕਿਉਂਕਿ ਇਹਨਾਂ ਕਰਕੇ ਕਦਾ ਚਿੱਤ ਵੀ ਕਾਮ ਗਰਮੀ ਮਨ ਦੀ ਜਿਹੜੀ ਤਪਸ਼ ਹੈ ਨਾ ਜੀ ਉਹ ਨਹੀਂ ਮਿਟਦੀ। ਸੀਤਲ ਥੀਵੈ ਨਾਨਕਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਸੀਤਲ ਹੁੰਦੇ ਨੇ ਜਪੰਦੜੋ ਹਰ ਨਾਮ। ਜਿਹੜੇ ਹਰੀ ਪਰਮੇਸ਼ਰ ਦਾ ਨਾਮ ਜਪਦੇ ਨੇ, ਉਹਨਾਂ ਕੋਲ ਠੰਡਕ ਹੁੰਦੀ ਹੈ, ਉਹਨਾਂ ਦਾ ਮਨ ਸ਼ਾਂਤ ਹੁੰਦਾ ਹੈ। ਕਿਤਨਾ ਕੁ ਸ਼ਾਂਤ ਹੈ ਸੰਗਤ ਜੀ। ਹੋਤੀ ਮਰਦਾੜ ਵਾਲੇ ਮਹਾਂਪੁਰਖਾਂ ਵਿੱਚੋਂ ਸੰਤ ਬਾਬਾ ਆਇਆ ਸਿੰਘ ਜੀ ਹੋਏ ਨੇ। ਉਹ ਜਦੋਂ ਭਗਤੀ ਕਰਦੇ ਸੀ ਤੇ ਉਹਨਾਂ ਦੀ ਸਮਾਧੀ ਵਾਹਿਗੁਰੂ ਸਿਮਰਨ ਵਿੱਚ ਜੁੜ ਜਾਂਦੀ, ਤੇ ਕਈ ਵਾਰ ਜ਼ਹਿਰੀਲੇ ਸੱਪ ਜਿਹੜੇ ਸੀ ਉਹਨਾਂ ਦੀ ਝੋਲੀ ਵਿੱਚ ਆ ਕੇ ਬੈਠ ਜਾਂਦੇ ਸਨ। ਜਦੋਂ ਮਹਾਂਪੁਰਖਾਂ ਨੇ ਸਵੇਰੇ ਸਮਾਧੀ ਤੋਂ ਉਤਾਣ ਹੋਣਾ, ਸਮਾਧੀ ਖੁੱਲਣੀ, ਤੇ ਉਹਨਾਂ ਨੂੰ ਫਿਰ ਜੰਗਲ ਵਿੱਚ ਜਾ ਕੇ ਛੱਡ ਆਉਣਾ, ਤੇ ਉਹਨਾਂ ਨੇ ਰਾਤ ਨੂੰ ਫੇਰ ਆਣ ਕੇ ਉਹਨਾਂ ਦੀ ਝੋਲੀ ਵਿੱਚ ਬਹਿ ਜਾਣਾ, ਕਿਉਂਕਿ ਉਹਨਾਂ ਨੂੰ ਉੱਥੇ ਠੰਡਕ ਪ੍ਰਾਪਤ ਹੁੰਦੀ ਸੀ। ਜਿਸ ਤਰ੍ਹਾਂ ਚੰਦਨ ਦਾ ਬੂਟਾ ਬਹੁਤ ਠੰਡਾ ਮੰਨਿਆ ਹੈ, ਖੁਸ਼ਬੂਦਾਰ ਮੰਨਿਆ ਹੈ। ਅਨੇਕਾਂ ਸੱਪ ਜਿਹੜੇ ਨੇ ਉਹ ਚੰਦਨ ਦੇ ਨਾਲ ਲਿਪਟ ਜਾਂਦੇ ਨੇ ਆਪਣੀ ਜ਼ਹਿਰ ਨੂੰ ਮਿਟਾਉਣ ਵਾਸਤੇ, ਸ਼ਾਂਤੀ ਪ੍ਰਾਪਤ ਕਰਨ ਵਾਸਤੇ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ, ਸਿਮਰਨ ਭਜਨ ਕਰਦੇ ਨੇ ਭਾਈ, ਉਹ ਸੀਤਲ ਹੋ ਜਾਂਦੇ ਨੇ। ਫਿਰ ਉਹਨਾਂ ਕੋਲੋਂ
ਠੰਡਕ ਪ੍ਰਾਪਤ ਹੁੰਦੀ ਹੈ। ਉਹਨਾਂ ਨੂੰ ਇਹ ਪ੍ਰਤੱਖ ਗਰਮੀ ਵੀ ਸੰਗਤ ਜੀ ਪੋਹ ਨਹੀਂ ਸਕਦੀ। ਫਿਰ ਉਹਨਾਂ ਨੂੰ ਤੱਤੀਆਂ ਤਵੀਆਂ, ਉਬਲਦੀਆਂ ਦੇਗਾਂ, ਤੱਤੀ ਰੇਤ ਉਹਨਾਂ ਨੂੰ ਪੋਹ ਨਹੀਂ ਸਕਦੀ। ਔਰ ਫਿਰ ਉਹ ਗੁਰੂ ਕੇ ਲਾਲ, ਗੁਰੂ ਕੇ ਸਿੱਖ ਵੀ ਬਲਦੇ ਹੋਏ ਭੱਠ ਵਿੱਚ ਬਹਿ ਜਾਂਦੇ ਨੇ। ਸਤਿਗੁਰੂ ਦਾ ਨਾਮ ਲੈ ਕੇ ਸਤਿਗੁਰੂ ਦੇ ਆਸਰੇ, ਤੇ ਭੱਠ ਜਿਹੜਾ ਹੈ ਉਹਨਾਂ ਦਾ ਇੱਕ ਵਾਲ ਵੀ ਵਿੰਗਾ ਨਹੀਂ ਕਰਦਾ। ਇਤਨੀ ਉਹਨਾਂ ਦੇ ਅੰਦਰ ਸੀਤਲਤਾਈ ਹੈ। ਬਾਬਾ ਬਿਧੀ ਚੰਦ ਸਾਹਿਬ ਜੀ ਜਦੋਂ ਪੱਟੀ ਵਿੱਚੋਂ ਦੁਸ਼ਾਲੇ ਲੈਣ ਗਏ ਸੀ ਤੇ ਸੰਗਤ ਜੀ ਬਲਦੇ ਭੱਠ ਵਿੱਚ ਬੈਠ ਗਏ ਸਨ। ਸਤਿਗੁਰੂ ਜੀ ਨੇ ਆਪਣੇ ਸਰੀਰ ਤੇ ਜਲ ਪਵਾ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਆਂਚ ਨਹੀਂ ਲੱਗਣ ਦਿੱਤੀ, ਅੱਗ ਦਾ ਸੇਕ ਨਹੀਂ ਲੱਗਣ ਦਿੱਤਾ। ਸਤਿਗੁਰੂ ਜੀ ਕਹਿੰਦੇ ਜਿਹੜੇ ਨਾਮ ਜਪਦੇ ਨੇ ਭਾਈ ਉਹ ਸੀਤਲ ਹੋ ਜਾਂਦੇ ਨੇ, ਉਹ ਠੰਡੇ ਟਾਰ ਹੋ ਜਾਂਦੇ ਨੇ। ਪੌੜੀ ਚਰਨ ਕਮਲ ਕੀ ਓਟ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੌੜੀ ਦੇ ਅੰਦਰ ਕਿ ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਰੂਪੀ ਚਰਨਾਂ ਕਮਲਾਂ ਦੀ ਓਟ ਜਿਨ੍ਹਾਂ ਨੇ ਪਗੜੇ, ਉਦਰੇ ਸਗਲ ਜਾਨਾ। ਉਹ ਸਾਰੇ ਜਨ ਪਰਮੇਸ਼ਰ ਦੇ ਸਾਰੇ ਪਿਆਰੇ ਉਧਰ ਗਏ। ਭੈ ਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਸੁਣ ਪ੍ਰਤਾਪ ਗੋਵਿੰਦ। ਸੱਚੇ ਪਾਤਸ਼ਾਹ ਜੀ ਕਹਿੰਦੇ ਗੋਬਿੰਦ, ਜੋ ਗੋਬਿੰਦ ਵੇਦਾਂ ਕਰਕੇ ਜਾਣਨੇ ਯੋਗ ਹੈ, ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰਤਾਪ, ਉਹਦੀ ਵਡਿਆਈ, ਉਹਦਾ ਜਸ ਸੁਣ ਕੇ ਨਿਰਭਉ ਭਏ ਮਾਨਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦਾ ਮਨ ਜਿਹੜਾ ਨਾ ਉਹ ਨਿਰਭਉ ਹੋ ਗਿਆ ਹੈ। ਹੁਣ ਉਹਨਾਂ ਦਾ ਮਨ ਡਰਦਾ ਨਹੀਂ, ਨਾ ਹੀ ਦੁਨਿਆਵੀ ਵਿਕਾਰ ਉਹਨਾਂ ਨੂੰ ਪੋ ਸਕਦੇ ਨੇ, ਨਾ ਹੀ ਇਹ ਜਿਹੜੇ ਪੰਜ ਚੋਰ ਹੈ ਉਹਨਾਂ ਦੇ ਲਾਗੇ ਆਉਂਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦਾ ਪ੍ਰਤਾਪ, ਉਹਦਾ ਜਸ ਸੁਣ ਕਰਕੇ ਹੁਣ ਉਹਨਾਂ ਦਾ ਮਨ ਜਿਹੜਾ ਉਹ ਨਿਰਭਉ ਹੋ ਗਿਆ ਹੈ, ਭੈ ਤੋਂ ਰਹਿਤ ਹੋ ਗਿਆ, ਡਰਦੇ ਨਹੀਂ। ਓਟ ਨਾ ਆਵੈ ਮੂਲ। ਸੱਚੇ ਪਾਤਸ਼ਾਹ ਜੀ ਕਹਿੰਦੇ ਕਦਾ ਚਿੱਤ ਵੀ ਭਾਈ ਉਹਨਾਂ ਨੂੰ ਤੋਟ ਨਹੀਂ ਆਉਂਦੀ, ਘਾਟਾ ਨਹੀਂ ਪੈਂਦਾ, ਕਿਉਂਕਿ ਉਹਨਾਂ ਨੇ ਘਾਟੇ ਵਾਲੀ ਕਮਾਈ ਨਹੀਂ ਕੀਤੀ। ਦੁਨੀਆ ਦੇ ਖਜ਼ਾਨੇ ਮੁੱਕ ਜਾਂਦੇ ਨੇ, ਦੁਨੀਆ ਦੇ ਭੰਡਾਰ ਖਾਲੀ ਹੋ ਜਾਂਦੇ ਨੇ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਕਦਾ ਚਿੱਤ ਵੀ ਤੋਟ ਨਹੀਂ ਆਉਂਦੀ, ਘਾਟਾ ਨਹੀਂ ਪੈਂਦਾ। ਸੰਚਿਆ ਨਾਮ ਧਨ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਰੂਪੀ ਧਨ ਇਕੱਤਰ ਕੀਤਾ ਹੈ, ਸੰਗਤ ਜੀ ਜਿਨ੍ਹਾਂ ਨੇ ਨਾਮ ਰੂਪੀ ਧਨ ਇਕੱਠਾ ਕੀਤਾ ਹੈ ਨਾ, ਉਹਨਾਂ ਨੂੰ ਕਦਾ ਚਿੱਤ ਵੀ ਤੋਟ ਨਹੀਂ ਆਉਂਦੀ, ਦੁਨੀਆ ਦੇ ਅੰਦਰ ਵੀ ਤੋਟ ਨਹੀਂ ਆਉਂਦੀ। ਇਸੇ ਕਰਕੇ ਹੀ ਪੰਡਤ ਦੁਰਗਾ ਦਾਸ ਨੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਜੇ ਟੁੱਟੇ ਹੋ, ਜੇ ਮੇਰਾਂ ਦੇ ਘਰ ਵਿੱਚ ਆਏ ਹੋ ਤੇ ਮਹਾਰਾਜ ਲੋਕ ਪਰਲੋਕ ਦਾ ਧਨ ਦੇ ਦਿਓ, ਮੇਰਾ ਲੋਕ ਵੀ ਸਵਰ ਜਾਵੇ ਤੇ ਪਰਲੋਕ ਵੀ ਸਵਰ ਜਾਵੇ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਤਰੁੱਟ ਕਰਕੇ ਲੋਕ ਤੇ ਪਰਲੋਕ ਦਾ ਹੀ ਧਨ ਦੇ ਦਿੱਤਾ ਸੀ। ਇਸ ਲੋਕ ਵਿੱਚ ਵੀ ਵਰਤਣ ਵਾਸਤੇ ਧਨ ਦਿੱਤਾ ਤੇ ਪਰਲੋਕ ਦਾ ਧਨ ਨਾਮ ਵੀ ਦੇ ਦਿੱਤਾ। ਵੈਸੇ ਵੀ ਸੰਗਤ ਜੀ ਜਿਹੜੇ ਪ੍ਰਾਣੀ ਗੁਰਮੁਖ ਪਿਆਰੇ ਨਾਮ ਰੂਪੀ ਧਨ ਨੂੰ ਇਕੱਤਰ ਕਰਦੇ ਨੇ ਨਾ,
ਉਹਨਾਂ ਨੂੰ ਦੁਨਿਆਵੀ ਧਨ ਦੀ ਵੀ ਤੋੜ ਨਹੀਂ ਆਉਂਦੀ। ਦੁਨਿਆਵੀ ਧਨ ਜਿਹੜਾ ਉਹਨਾਂ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ, ਜਿਹੜੇ ਨਾਮ ਰੂਪੀ ਧਨ ਨੂੰ ਇਕੱਤਰ ਕਰਦੇ ਨੇ। ਇਹ ਵਾਹਿਗੁਰੂ ਉਹਨਾਂ ਤੇ ਫਿਰ ਕਿਰਪਾ ਬਖਸ਼ਿਸ਼ ਕਰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਕਦਾ ਚਿੱਤ ਵੀ ਭਾਈ ਤੋੜ ਘਾਟਾ ਨਹੀਂ ਪੈਂਦਾ, ਜਿਨ੍ਹਾਂ ਨੇ ਨਾਮ ਰੂਪੀ ਧਨ ਇਕੱਠਾ ਕੀਤਾ। ਸੰਤ ਜਨਾ ਸਿਓ ਸੰਗ। ਸਤਿਗੁਰੂ ਜੀ ਕਹਿੰਦੇ ਨੇ ਸੰਤ ਜਨਾਂ ਦਾ ਸੰਗ, ਉਹਨਾਂ ਦੀ ਸੰਗਤ, ਸੋ ਉਹਨਾਂ ਦੀ ਸੰਗਤ ਦਾ ਆਨੰਦ ਕਿਵੇਂ ਪ੍ਰਾਪਤ ਹੁੰਦਾ? ਪਾਈਐ ਵੱਡਾ ਪੁੰਨ। ਹਜ਼ੂਰ ਕਹਿੰਦੇ ਭਾਈ ਵੱਡਿਆ ਪੁੰਨਾ ਕਰਕੇ, ਬਹੁਤੇ ਚੰਗੇ ਕਰਮ ਹੋਣ ਤੇ ਫਿਰ ਐਸੇ ਸੰਤਾਂ ਦਾ ਸੰਗ ਪ੍ਰਾਪਤ ਹੁੰਦਾ ਹੈ, ਜਿਹੜੇ ਵਾਹਿਗੁਰੂ ਦੇ ਕੀਰਤਨ ਦਾ ਆਸਰਾ ਲੈਂਦੇ ਨੇ, ਜਿਹੜੇ ਪਰਮੇਸ਼ਰ ਦੀ ਓਟ ਪਕੜਦੇ ਨੇ। ਕਿਉਂਕਿ ਸੰਤ ਬੇਪਰਵਾਹ ਹੁੰਦੇ ਨੇ। ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੇ, ਜਾ ਕੋ ਪਾਕ ਸੁਆਮੀ। ਸੰਗਤ ਜੀ, ਵਾਹਿਗੁਰੂ ਉਹਨਾਂ ਦੇ ਪੱਖ ਵਿੱਚ ਹੁੰਦਾ ਹੈ। ਵਾਹਿਗੁਰੂ ਪੱਖ ਵਿੱਚ ਹੋਣ ਕਰਕੇ ਤੇ ਉਹ ਸਦਾ ਹੀ ਬੇਪਰਵਾਹ ਹੁੰਦੇ ਨੇ, ਕਿਸੇ ਦੀ ਪਰਵਾਹ ਨਹੀਂ ਕਰਦੇ, ਨਾ ਕਿਸੇ ਲੀਡਰ ਦੀ, ਨਾ ਕਿਸੇ ਦੀ ਰਾਜੇ ਦੀ, ਨਾ ਕਿਸੇ ਮਹਾਰਾਜੇ ਦੀ। ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਤੇ ਫਰਕ ਇੰਨਾ ਹੀ ਹੈ, ਜਿਹੜੇ ਪਰਵਾਹ ਕਰਦੇ ਜਿਹੜੇ ਭਾਈ ਉਹ ਅਜੇ ਸੰਤ ਨਹੀਂ, ਤੇ ਜਿਹੜੇ ਬੇਪਰਵਾਹ ਨੇ ਉਹ ਸੰਤ ਨੇ। ਪਰ ਐਸੇ ਸੰਤਾਂ ਦਾ ਸੰਗ, ਐਸੇ ਸੰਤ ਜਨਾਂ ਦੀ ਸੰਗਤ ਵੱਡਿਆਂ ਭਾਗਾਂ ਕਰਕੇ, ਵੱਡਿਆਂ ਪੁੰਨਾਂ ਕਰਕੇ ਸੰਗਤ ਜੀ ਪ੍ਰਾਪਤ ਹੁੰਦੀ ਹੈ। 8 ਪਹਿਰ ਹਰ ਧਿਆਏ। ਸਤਿਗੁਰੂ ਪਾਤਸ਼ਾਹ ਜੀ ਦਰਸਾਉਂਦੇ ਨੇ ਕਿ ਜੇ ਕਿਤੇ ਐਸੇ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋ ਜਾਵੇ ਤੇ ਫਿਰ ਕੀ ਕਰਨਾ ਚਾਹੀਦਾ ਹੈ? ਮਹਾਰਾਜ ਸਾਹਿਬ ਜੀ ਕਹਿੰਦੇ ਨੇ 8 ਪਹਿਰ ਹਰ ਧਿਆਏ। ਐਸੇ ਸੰਤਾਂ ਦੀ ਸੰਗਤ ਵਿੱਚ ਜਾ ਕੇ ਨਾ 8 ਪਹਿਰ ਵਾਹਿਗੁਰੂ ਨੂੰ ਚੇਤੇ ਕਰੇ। ਇਹ ਨਹੀਂ ਵੀ ਉੱਥੇ ਜਾ ਕੇ ਤੇ ਆਪਣੀਆਂ ਘਰ ਦੀਆਂ ਹੀ ਗੱਲਾਂ ਤੋਰੀ ਜਾਵੇ, ਐਸਾ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਦੀ ਸੰਗਤ ਵਿੱਚ ਜਾ ਕੇ 8 ਪਹਿਰ ਵਾਹਿਗੁਰੂ ਨੂੰ ਧਿਆਉਣਾ ਕਰੇ। ਹਰ ਜਸ ਨਿਤ ਸੋਨਾ। ਅਤੇ ਨਿਤਾ ਪ੍ਰਤੀ ਰੋਜ਼ਾਨਾ ਹੀ ਕੰਨਾਂ ਦੇ ਨਾਲ ਵਾਹਿਗੁਰੂ ਦਾ ਜਸ, ਵਾਹਿਗੁਰੂ ਦੀ ਵਡਿਆਈ ਸਰਵਣ ਕਰੇ, ਤਾਂ ਹੀ ਸੰਤਾਂ ਦੀ ਸੰਗਤ ਵਿੱਚ ਜਾਣ ਦਾ ਲਾਭ ਹੈ। ਤੇ ਜੇ ਗਏ ਤੇ ਉੱਥੇ ਪੂੜੇ ਖਾ ਕੇ ਖੀਰ ਨਾਲ ਪੇਟ ਭਰ ਕੇ ਵਾਪਸ ਆ ਗਏ ਤੇ ਕੋਈ ਫਾਇਦਾ ਨਹੀਂ। ਸੰਤਾਂ ਦੀ ਸੰਗਤ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ, ਤੇ ਉਦੋਂ ਵੀ ਵੱਡੇ ਭਾਗ ਜੇ ਉੱਥੇ ਜਾ ਕੇ ਆਪਾਂ ਵਾਹਿਗੁਰੂ ਨੂੰ ਚੇਤੇ ਕਰੀਏ, ਵਾਹਿਗੁਰੂ ਦੀ ਸਿਫਤ ਸਲਾਹ ਸੁਣੀਏ, ਤੇ ਸਤਿਗੁਰੂ ਜੀ ਕਹਿੰਦੇ ਫਿਰ ਉਦੋਂ ਵੀ ਉੱਤਮ ਭਾਗ ਨੇ। ਇਹ ਸਤਿਗੁਰਾਂ ਨੇ ਪਾਵਨ ਸ੍ਰੀ ਮੁਖ ਵਾਕ ਦੀ ਵਿਚਾਰ ਆਪਾਂ ਨੂੰ ਬਖਸ਼ਿਸ਼ ਕੀਤੀ। ਸਤਿਗੁਰੂ ਰਹਿਮਤ ਕਰਨ, ਅਸੀਂ ਵੀ ਪਰਮੇਸ਼ਰ ਦੇ ਨਾਮ ਨਾਲ ਜੁੜੀਏ। ਸਤਿਗੁਰਾਂ ਨੇ ਬੜਾ ਸੁਖੈਣ ਤਰੀਕਾ ਸਾਨੂੰ ਬਖਸ਼ਿਸ਼ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ, ਕਬੀਰ ਏਕ ਘਰੀ ਆਦੀ, ਘਰੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਭਗਤ ਜੀ ਕਹਿੰਦੇ ਨੇ 24 ਘੰਟਿਆਂ ਵਿੱਚੋਂ ਇੱਕ ਘੜੀ 24 ਮਿੰਟ ਤੂੰ ਸਮਾਂ ਕੱਢ ਕੇ ਸੰਗਤ ਕਰਿਆ ਕਰ, ਸਿਮਰਨ ਭਜਨ ਕਰਿਆ ਕਰ।
ਫਿਰ ਆਪ ਹੀ ਇਹਦੇ ਵਿੱਚ ਵੀ ਛੋੜ ਦੇ ਦਿੱਤੀ, ਕਹਿਣ ਲੱਗੇ ਜੇ ਤੇਰੇ ਕੋਲ 24 ਮਿੰਟ ਦਾ ਟਾਈਮ ਨਹੀਂ ਨਾ ਤੇ ਅੱਧੀ ਘੜੀ 12 ਕੁ ਮਿੰਟ ਹੀ ਕੱਢ ਲਿਆ ਕਰ। ਫਿਰ ਕਹਿੰਦੇ ਜੇ ਤੇਰੇ ਕੋਲ 12 ਮਿੰਟ ਦਾ ਵੀ ਟਾਈਮ ਨਹੀਂ ਨਾ, ਆਧੀ ਹੂੰ ਤੇ ਆਦ ਅੱਧੀ ਤੋਂ ਅੱਧੀ ਘੜੀ 6 ਮਿੰਟ ਦਾ ਟਾਈਮ ਜ਼ਰੂਰ ਕੱਢਿਆ ਕਰ, ਸੰਗਤ ਕਰਿਆ ਕਰ, ਸਿਮਰਨ ਭਜਨ ਕਰਿਆ ਕਰ। ਇਹ ਤੇਰੇ ਜਨਮ ਦਾ ਬਹੁਤ ਵੱਡਾ ਲਾਭ ਹੈ। ਤੇ ਜੇ ਤੇਰੇ ਕੋਲ ਇੰਨਾ ਸਮਾਂ ਵੀ ਨਹੀਂ ਤੇ ਫਿਰ ਤੇਰਾ ਆਉਣਾ ਹੀ ਬੇਕਾਰ ਹੈ, ਫਿਰ ਤੇਰੇ ਆਉਣ ਦਾ ਕੋਈ ਲਾਭ ਨਹੀਂ, ਫਿਰ ਤਾਂ ਤੂੰ ਧਰਤੀ ਦਾ ਬੋਝ ਹੀ ਬਣੀ ਬੈਠਾ ਹੈ ਨਾ। ਜੇ ਤੂੰ 6 ਮਿੰਟ ਦਾ ਸਮਾਂ ਵੀ ਨਹੀਂ ਕੱਢ ਸਕਦਾ, ਗੁਰੂ ਕੀ ਸੰਗਤ ਵਿੱਚ ਨਹੀਂ ਆ ਸਕਦਾ, ਸਿਮਰਨ ਭਜਨ ਨਹੀਂ ਕਰ ਸਕਦਾ, ਫਿਰ ਤਾਂ ਤੂੰ ਧਰਤੀ ਦਾ ਬੋਝ ਹੀ ਬਣਿਆ ਬੈਠਾ ਹੈ, ਕੋਈ ਫਾਇਦਾ ਨਹੀਂ ਤੇਰਾ। ਸਤਿਗੁਰੂ ਰਹਿਮਤ ਕਰਨ, ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਿਆ ਕਰੀਏ, ਮਹਾਰਾਜ ਕਿਰਪਾ ਕਰੋ। ਐਸੇ ਜਿਹੜੇ ਆਪ ਜੀ ਦੀ ਅੱਠੇ ਪੈਰ ਕੀਰਤੀ ਕਰਦੇ ਨੇ, ਆਪ ਜੀ ਦੀ ਓਟ ਪਗੜੀ ਹੋਈ ਜਿਨ੍ਹਾਂ ਨੇ ਬੇਪਰਵਾਹ ਨੇ, ਉਹਨਾਂ ਦਾ ਸੰਗ ਸਾਨੂੰ ਬਖਸ਼ਿਸ਼ ਕਰੋ। ਅਸੀਂ ਨਾਮ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਆਓ ਪਿਆਰ ਸਹਿਤ ਚੱਲ ਰਹੀ ਲੜੀਵਾਰ ਕਥਾ ਜੋ ਰਾਮਕਲੀ ਰਾਗ ਵਿੱਚ ਹੈ, ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਰਾਮਕਲੀ ਰਾਗ ਦੇ ਅੰਦਰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਰਾਮਕਲੀ ਮਹੱਲਾ ਪਹਿਲਾ। ਜਿਤ ਦਰ ਵਸ ਹੈ ਕਵਣ ਦਰ ਕਹੀਆ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਸਿੱਧ ਆਏ, ਸਿੱਧਾ ਨੇ ਬੇਨਤੀ ਕੀਤੀ ਹੈ, ਮਹਾਰਾਜ ਆਪ ਜੀ ਜੀਵਾਂ ਨੂੰ ਕਹਿੰਦੇ ਹੋ ਕਿ ਵਾਹਿਗੁਰੂ ਨਾਲ ਜੁੜੋ, ਪਰਮੇਸ਼ਰ ਦਾ ਸਿਮਰਨ ਭਜਨ ਕਰੋ, ਤੇ ਇਹ ਕਿਰਪਾ ਕਰਕੇ ਸਾਨੂੰ ਦੱਸੋ ਵੀ ਉਹਦਾ ਨਿਵਾਸ ਕਿੱਥੇ ਹੈ, ਉਹ ਵਾਹਿਗੁਰੂ ਦਾ ਦਰ ਕਿੱਥੇ ਹੈ, ਉਹ ਕਿਹੜੇ ਦਰ ਤੇ ਰਹਿੰਦਾ ਹੈ। ਦਰ ਨਾਮ ਅਸਥਾਨਾਂ ਦਾ ਹੈ ਸੰਗਤ ਜੀ। ਸਿੱਧਾ ਨੇ ਬੇਨਤੀ ਕੀਤੀ, ਕਿਨ ਬਿਧ ਸਾਗਰ ਤਰੀਏ। ਮਹਾਰਾਜ ਇਹ ਸੰਸਾਰ ਸਮੁੰਦਰ ਨੂੰ ਕਿਵੇਂ ਤਰੀਏ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਨਾਮ ਜਪ ਕੇ, ਆਪਾ ਭਾਵ ਨੂੰ ਗਵਾ ਕੇ, ਜੀਵਤ ਭਾ ਤੋਂ ਮਰ ਕੇ। ਤੇ ਸਿੱਧ ਕਹਿੰਦੇ, ਮਹਾਰਾਜ ਆਪਾ ਭਾਵ ਤੋਂ ਮਰਨਾ ਤੇ ਬਹੁਤ ਔਖਾ ਹੈ, ਆਪਾ ਭਾਵ ਤੋਂ ਮਰਿਆ ਨਹੀਂ ਜਾਂਦਾ। ਹੁਣ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਪਾਵਨ ਉਪਦੇਸ਼ ਰਾਮਕਲੀ ਰਾਗ ਵਿੱਚ ਬਖਸ਼ਿਸ਼ ਕਰਦੇ ਨੇ। ਜਿਤ ਦਰ ਵਸੇ ਕਵਣ ਦਰ ਕਹੀਏ। ਜਿਸ ਦਰ ਅਸਥਾਨ ਵਿੱਚ ਵਾਹਿਗੁਰੂ ਦਾ ਨਿਵਾਸ ਹੈ, ਉਸ ਦਰ ਦੇ ਬਾਰੇ ਕੀ ਕਹੀਏ, ਕਵਣ ਦਰ ਕਹੀਏ, ਉਹ ਕਿਹੜਾ ਦਰ ਆਖੀਏ ਜੀ। ਦਰਾ ਭੀਤਰ ਦਰ ਕਵਨ ਲਾਹਾ। ਮਹਾਰਾਜ ਉਹ ਦਰਾ ਭੀਤਰ ਅਸਥਾਨਾਂ ਵਿੱਚੋਂ ਕਿਹੜਾ ਦਰ ਹੈ, ਕਿਹੜਾ ਅਸਥਾਨ ਜੀਵ ਪ੍ਰਾਪਤ ਕਰ ਸਕਦਾ ਹੈ। ਜਿਸ ਦਰ ਕਾਰਨ ਫਿਰਾ ਉਦਾਸੀ। ਮਹਾਰਾਜ ਜਿਸ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਵਾਸਤੇ ਸੋ ਉਹਦੇ ਦਰ ਅਸਥਾਨ ਦੇ ਉੱਤੇ ਉਦਾਸੀ ਹੋ ਕੇ ਮੇਰੀ ਬਿਰਤੀ ਫਿਰਦੀ ਹੈ। ਦੱਸੋ ਮਹਾਰਾਜ ਆਪ ਕਿਰਪਾ ਕਰਕੇ ਉਹ ਦਰ ਕਿਹੜਾ। ਸੋਦਰ ਦੀ ਬਾਣੀ ਵਿੱਚ ਵੀ ਸਿੱਧਾ ਨੇ ਸਵਾਲ ਕੀਤਾ ਸੀ, ਮਹਾਰਾਜ ਵਾਹਿਗੁਰੂ ਦਾ ਦਰ ਕਿਹੜਾ ਹੈ, ਘਰ ਕਿਹੜਾ ਹੈ, ਜਿੱਥੇ ਬੈਠ ਕਰਕੇ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ। ਇੱਥੇ ਵੀ ਸਿੱਧਾ ਨੇ ਬੇਨਤੀ ਕੀਤੀ ਹੈ, ਜਿਤ ਦਰ ਵਸੈ ਕਵਣ ਦਰ ਕਹੀਏ। ਮਹਾਰਾਜ ਜਿਹੜੇ ਦਰ ਦੇ ਉੱਤੇ ਉਹ ਵਸਦਾ ਹੈ ਔਰ ਕਿਹੜਾ ਦਰ ਆਖੀਏ।
ਔਰ ਦਰਾਂ ਦੇ ਵਿੱਚੋਂ ਉਹ ਦਰ ਕਿਹੜਾ ਹੈ ਜਿਹਦੀ ਪ੍ਰਾਪਤੀ ਹੋ ਸਕੇ। ਜਿਸ ਦਰ ਕਾਰਨ ਮਹਾਰਾਜ ਦਿਸ ਵਾਹਿਗੁਰੂ ਵਾਸਤੇ ਮੇਰੀ ਬਿਰਤੀ ਜਿਹੜੀ ਹੈ ਉਦਾਸੀ ਹੋ ਕਰਕੇ ਫਿਰਦੀ ਹੈ, ਸੋ ਦਰ ਕੋਈ ਆਏ ਕਹਾ। ਮਹਾਰਾਜ ਉਹ ਦਰ ਉਹ ਅਸਥਾਨ ਮੈਨੂੰ ਕੋਈ ਆ ਕੇ ਦੱਸ ਦੇਵੇ। ਕਿਨ ਬਿਦ ਸਾਗਰ ਤਰੀਆ। ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਇਹ ਭੈਦਾਇਕ ਸੰਸਾਰ ਸਮੁੰਦਰ ਤੋਂ ਕਿਹੜੀ ਜੁਗਤੀ ਨਾਲ ਕਿਹੜੀ ਵਿਧੀ ਨਾਲ ਤਰਨਾ ਕਰੀਏ। ਜੀਵਤਿਆ ਨਹ ਮਰੀਆ। ਸੱਚੇ ਪਾਤਸ਼ਾਹ ਜੀ ਨੇ ਕਿਹਾ ਸਿੱਧੋ ਸਿਮਰਨ ਨਾਲ ਜੁੜ ਕੇ ਨਾ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਕੇ ਤੇ ਜੀਵਤ ਭਾਅ ਤੋਂ ਮਰੀਏ ਤਾਂ ਉਹਦਾ ਦਰ ਪ੍ਰਾਪਤ ਹੁੰਦਾ ਹੈ। ਤਾਂ ਉਸ ਵਾਹਿਗੁਰੂ ਨਾਲ ਇੱਕ ਮਿਗਤਾ ਪ੍ਰਾਪਤ ਹੁੰਦੀ ਹੈ। ਤੇ ਸਿੱਧਾ ਨੇ ਬੇਨਤੀ ਕੀਤੀ ਜੀਵਤਿਆ ਨਾ ਮਰੀਏ। ਮਹਾਰਾਜ ਜੀਉਂਦਿਆਂ ਆਪਾ ਭਾਵ ਤੋਂ ਮਰਿਆ ਨਹੀਂ ਜਾਂਦਾ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਨੇ ਦੁਖ ਦਰਵਾਜਾ ਰੋਹ ਰਖਵਾਲਾ। ਹੁਣ ਸਤਿਗੁਰੂ ਗੁਰੂ ਨਾਨਕ ਦੇਵ ਜੀ ਸਿੱਧਾ ਨੂੰ ਸਮਝਾਉਂਦੇ ਨੇ ਕਿ ਭਾਈ ਪਰਮੇਸ਼ਰ ਦੇ ਦਰ ਤੇ ਪਹੁੰਚਣ ਵਿੱਚ ਬੜੀਆਂ ਅੜਚਣਾਂ ਨੇ, ਬੜੀਆਂ ਕਠਿਨਾਈਆਂ ਨੇ। ਉਹ ਕਠਿਨਾਈਆਂ ਕਿਹੜੀਆਂ ਨੇ? ਹਜ਼ੂਰ ਕਹਿੰਦੇ ਨੇ ਦੁੱਖ ਦਰਵਾਜਾ। ਜੰਮਣ ਤੇ ਮਰਨ ਦਾ ਜਿਹੜਾ ਦੁੱਖ ਹੈ ਨਾ ਇਹ ਦਰਵਾਜਾ ਹੈ। ਅਰੋ ਰਖਵਾਲਾ ਤੇ ਰੋ ਕਹਿੰਦੇ ਨੇ ਕ੍ਰੋਧ ਨੂੰ। ਜਿਹੜਾ ਕ੍ਰੋਧ ਹੈ ਨਾ ਇਹ ਉਸ ਦਰਵਾਜੇ ਦੇ ਗਾੜੀ ਜੰਮਣ ਮਰਨ ਦੇ ਦਰਵਾਜੇ ਗਾੜੀ ਇਹ ਰਖਵਾਲਾ ਹੈ, ਪਹਿਰੇਦਾਰ ਹੈ। ਆਸਾ ਅੰਦੇਸਾ ਦੋਏ ਪਟ ਜੜੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਸਾ ਅੰਦੇਸਾ। ਆਸਾ ਨਾਮ ਇੱਛਾ ਦਾ ਹੈ ਤੇ ਅੰਦੇਸ਼ਾ ਨਾਮ ਸੰਸ਼ੇ ਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਦੋ ਪਟ ਇਹ ਦੋ ਤਖਤੇ ਉਸ ਦਰਵਾਜੇ ਨੂੰ ਜੜੇ ਹੋਏ ਨੇ। ਜੰਮਣ ਮਰਨ ਦਾ ਦੁੱਖ ਇਹ ਦਰਵਾਜਾ ਹੈ। ਕ੍ਰੋਧ ਇਹਦੇ ਗਾੜੀ ਪਹਿਰੇਦਾਰ ਹੈ ਅਤੇ ਆਸਾ ਤੇ ਅੰਦੇਸ਼ਾ ਇਹ ਦੋ ਪ੍ਰਕਾਰ ਦੇ ਇਹਦੇ ਤਖਤੇ ਜੜੇ ਹੋਏ ਨੇ। ਮਾਇਆ ਜਲ ਖਾਈ ਪਾਣੀ ਕਰ ਬਾਧਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੇਖੋ ਜਿਹੜੇ ਦਰ ਬਾਰੇ ਤੁਸੀਂ ਪੁੱਛਿਆ ਨਾ ਉਸ ਦਰ ਦੀਆਂ ਕਠਿਨਾਈਆਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਉਸ ਦਰ ਤੇ ਪਹੁੰਚਣ ਵਿੱਚ ਇਹ ਕਠਿਨਾਈਆਂ ਆਉਂਦੀਆਂ ਨੇ। ਜੰਮਣ ਮਰਨ ਦਾ ਦੁੱਖ ਔਰ ਜਿਹੜਾ ਕ੍ਰੋਧ ਹੈ ਨਾ ਸੰਤਰੀ ਇਹ ਅੱਗੇ ਨਹੀਂ ਲੰਘਣ ਦਿੰਦਾ। ਇਸੇ ਤਰ੍ਹਾਂ ਇੱਛਾ ਤੇ ਸੰਸਾ ਇਹ ਦੋ ਜਿਹੜੇ ਤਖਤ ਇਹ ਬੰਦ ਨੇ। ਫਿਰ ਸਤਿਗੁਰੂ ਜੀ ਕਹਿੰਦੇ ਉਸ ਅਸਥਾਨ ਦੇ ਜਿਵੇਂ ਕਿਲੇ ਦੇ ਦੁਆਲੇ ਖਾਈ ਹੁੰਦੀ ਹੈ ਨਾ, ਖਾਈ ਦੇ ਵਿੱਚ ਪਾਣੀ ਛੱਡਿਆ ਹੁੰਦਾ ਹੈ ਕਿ ਕੋਈ ਦੁਸ਼ਮਣ ਚੇਤੀ ਕੀਤਾ ਕਿਲੇ ਦੇ ਉੱਤੇ ਹੱਲਾ ਨਾ ਕਰ ਸਕੇ। ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਹੀ ਮਾਇਆ ਜਲ ਖਾਈ। ਮਾਇਆ ਰੂਪੀ ਬਹੁਤ ਡੂੰਘੀ ਖਾਈ ਹੈ ਅਤੇ ਇਹਦੇ ਵਿੱਚ ਪਦਾਰਥਾਂ ਰੂਪੀ ਜਲ ਭਰਿਆ ਹੋਇਆ ਹੈ। ਪਾਣੀ ਘਰ ਬਾਧਿਆ ਤੇ ਜੀਵ ਨੇ ਸੰਗਤ ਜੀ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਆਪਣਾ ਘਰ ਬੰਨਿਆ ਹੋਇਆ। ਸਤ ਕਾ ਆਸਣ ਪੁਰਖ ਰਹਾ। ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਿੱਧੋ ਦੱਸੋ ਉਹ ਸਤ ਸਰੂਪ ਪਰਮੇਸ਼ਰ ਦੇ ਆਸਣ ਨੂੰ ਇਹ ਕਿਵੇਂ ਗ੍ਰਹਿਣ ਕਰ ਸਕਦੇ ਨੇ? ਇਹ ਜੀਵ ਇਸ ਸਥਿਤ ਕਿਵੇਂ ਰਹਿ ਸਕਦੇ ਨੇ? ਭਾਵ ਨਹੀਂ ਰਹਿ ਸਕਦੇ। ਇਹ ਕਿਵੇਂ ਉਹਦੇ ਦਰ ਨੂੰ ਪ੍ਰਾਪਤ ਕਰਨਗੇ? ਉਹਦੇ ਦਰ ਦਾ
ਦੁੱਖ ਰੂਪੀ ਦਰਵਾਜ਼ਾ ਹੈ, ਕ੍ਰੋਧ ਰੂਪੀ ਸੰਤਰੀ ਖਲੋਤਾ ਗਾੜੀ, ਆਸਾਂ ਦੇਸਾਂ ਦੇ ਦੋ ਤਖਤੇ ਜੜੇ ਹੋਏ ਨੇ, ਮਾਇਆ ਦੀ ਖਾਈ ਹੈ, ਪਦਾਰਥਾਂ ਦਾ ਵਿੱਚ ਪਾਣੀ ਹੈ, ਤੇ ਜੀਵ ਨੇ ਪਾਣੀ ਦੇ ਵਿੱਚ, ਪਦਾਰਥਾਂ ਰੂਪੀ ਪਾਣੀ ਦੇ ਵਿੱਚ ਆਪਣਾ ਘਰ ਬੰਨਿਆ ਹੋਇਆ ਹੈ। ਤੇ ਸਤ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਆਸਣ ਦੇ ਵਿੱਚ ਇਹ ਜੀਵ ਕਿਵੇਂ ਅਸਥਿਰ ਰਹਿ ਸਕਦਾ ਹੈ? ਭਾਵ ਨਹੀਂ ਰਹਿ ਸਕਦਾ। ਇੰਨੀਆਂ ਕਠਿਨਾਈਆਂ ਨੂੰ ਪਾਰ ਕਰਕੇ ਕਿਵੇਂ ਜਾਵੇਗਾ? ਕਿੰਤੇ ਨਾਮਾ ਅੰਤ ਨਾ ਜਾਣਿਆ। ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਬੇਨਤੀ ਕਰਦੇ ਨੇ, ਹੇ ਅਕਾਲ ਪੁਰਖ ਜੀ, ਆਪ ਜੀ ਦੇ ਕਿਤਨੇ ਹੀ ਨਾਮ ਨੇ, ਨਾਮਾਂ ਦਾ ਕਿਸੇ ਨੇ ਅੰਤ ਨਹੀਂ ਜਾਣਿਆ। ਸੰਗਤ ਜੀ, ਪਰਮੇਸ਼ਰ ਦੇ ਬੇਅੰਤ ਨਾਮ ਨੇ, ਔਰ ਬੇਅੰਤ ਨਾਮਾਂ ਦੇ ਵਿੱਚੋਂ ਕੋਈ ਨਾਮ ਜੀਵਾਂ ਨੂੰ ਪ੍ਰਾਪਤ ਹੋਇਆ। ਕੋਈ ਰਾਮ ਕਹੀ ਜਾਂਦਾ ਹੈ, ਕੋਈ ਵਾਹਿਗੁਰੂ, ਕੋਈ ਅੱਲਾ। ਇਸ ਤਰ੍ਹਾਂ ਸੇਸਨਾਗ ਸੰਗਤ ਜੀ ਹਜ਼ਾਰਾਂ ਨਾਮਾਂ ਦਾ ਰਟਨ ਕਰਦਾ ਹੈ। ਨਿਤਾ ਪ੍ਰਤੀ ਰੋਜ਼ਾਨਾ ਨਵੇਂ ਤੋਂ ਨਵੇਂ ਨਾਮ ਲੈ ਕੇ ਵਾਹਿਗੁਰੂ ਨੂੰ ਪੁਕਾਰਦਾ ਹੈ, ਪਰ ਉਹਦੇ ਨਾਮਾਂ ਦਾ ਅੰਤ ਨਹੀਂ ਪਾ ਸਕਿਆ। ਸਤਿਗੁਰੂ ਜੀ ਕਹਿੰਦੇ ਕਿੰਤੇ ਨਾਮਾ ਅੰਤ ਨਾ ਜਾਣਿਆ। ਮਹਾਰਾਜ ਆਪ ਜੀ ਦੇ ਨਾਮ ਬੇਅੰਤ ਹਨ, ਪਰ ਕਿਸੇ ਨੇ ਆਪ ਜੀ ਦੇ ਨਾਮ ਦਾ ਅੰਤ ਨਹੀਂ ਜਾਣਿਆ। ਆਪ ਜੀ ਦੇ ਨਾਮ ਦਾ ਕੋਈ ਅੰਤ ਨਹੀਂ ਪਾ ਸਕਿਆ। ਤੁਮ ਸਰ ਨਾਹੀ ਅਵਰ ਹਰੇ। ਹੇ ਹਰੇ, ਹਰੇ ਭਰੇ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਜੀ, ਤੁਹਾਡੇ ਸਰਸ ਦਰ ਚ ਹੋਰ ਕੋਈ ਦੂਜਾ ਹੈ ਨਹੀਂ। ਉੱਚਾ ਨਹੀਂ ਕਹਿਣਾ, ਮਨ ਮਹਿ ਰਹਿਣਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਿੱਧੋ ਇਸ ਤਰ੍ਹਾਂ ਉਹਦੇ ਚਰਨਾਂ ਵਿੱਚ ਬੇਨਤੀ ਕਰਿਆ ਕਰੋ ਕਿ ਹੇ ਮਾਲਕ, ਤੁਹਾਡੇ ਸਦਰ ਚ ਹੋਰ ਕੋਈ ਹੈ ਨਹੀਂ। ਤੁਹਾਡੇ ਨਾਮ ਦਾ ਹੀ ਅੰਤ ਨਹੀਂ ਪਾਇਆ ਜਾ ਸਕਦਾ। ਤੇ ਮਹਾਰਾਜ, ਤੁਹਾਡੇ ਸਦਰ ਚ ਹੋਰ ਕੌਣ ਹੋ ਸਕਦਾ ਹੈ? ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਐ ਸਿੱਧੋ, ਉੱਚਾ ਨਹੀਂ ਕਹਿਣਾ, ਮਨ ਮੈਂ ਰਹਿਣਾ। ਹੰਕਾਰ ਵਿੱਚ ਆ ਕੇ ਨਹੀਂ ਬੋਲਣਾ, ਔਰ ਅਜਰ ਵਸਤੂ ਨੂੰ ਜਰਨਾ ਹੈ, ਮਨ ਮੈਂ ਰਹਿਣਾ। ਜੇ ਕੋਈ ਉੱਚਾ ਬੋਲ ਵੀ ਜਾਂਦਾ ਹੈ ਤੇ ਫਿਰ ਉਹਨੂੰ ਮਨ ਕਰਕੇ ਸਹਿ ਲੈਣਾ, ਉਹ ਅਜਰ ਵਸਤੂ ਨੂੰ ਜਰ ਲੈਣਾ। ਸਤਿਗੁਰੂ ਜੀ ਕਹਿੰਦੇ ਨੇ, ਜੇ ਉੱਚਾ ਬੋਲੇਗਾ ਤੇ ਇਹਦਾ ਕੋਈ ਫਾਇਦਾ ਨਹੀਂ, ਫਿੱਕਾ ਬੋਲੇਗਾ ਤੇ ਤਾਂ ਵੀ ਕੋਈ ਫਾਇਦਾ ਨਹੀਂ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ, ਫਿੱਕੇ ਫਿੱਕੀ ਸੋਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਸਿੱਧੋ ਭਾਈ, ਆਪਣੀਆਂ ਜਿਹੜੀਆਂ ਤੁਸੀਂ ਸ਼ਕਤੀਆਂ ਪ੍ਰਾਪਤ ਕੀਤੀਆਂ ਨੇ ਨਾ, ਇਹਨਾਂ ਸ਼ਕਤੀਆਂ ਦਾ ਆਸਰਾ ਲੈ ਕੇ ਉੱਚਾ ਨਹੀਂ ਬੋਲਣਾ, ਉੱਚਾ ਨਹੀਂ ਕਹਿਣਾ, ਤੇ ਮਨ ਮੈਂ ਰਹਿਣਾ, ਮਨ ਵਿੱਚ ਹੀ ਰਹਿਣਾ ਹੈ, ਔਰ ਅਜਰ ਵਸਤੂ ਨੂੰ ਜਰਨਾ। ਆਪੇ ਜਾਣੈ ਆਪ ਕਰੇ। ਉਹ ਵਾਹਿਗੁਰੂ ਪਰਮੇਸ਼ਰ ਆਪ ਜਾਣੀ ਜਾਣ ਹੈ, ਅਤੇ ਆਪ ਹੀ ਸਾਰੇ ਪਰਪੰਚ ਨੂੰ ਉਹਨੇ ਰਚਨਾ ਕੀਤਾ ਹੈ, ਤੇ ਆਪ ਹੀ ਉਹ ਜਾਣਦਾ ਹੈ, ਆਪ ਹੀ ਸਾਡੀ ਕਲਿਆਣ ਕਰੇਗਾ। ਜਬ ਆਸਾ ਅੰਦੇਸਾ ਤਬ ਹੀ। ਸੱਚੇ ਪਾਤਸ਼ਾਹ ਜੀ ਕਹਿੰਦੇ, ਜਦੋਂ ਆਸਾ ਕਹਿੰਦੇ ਨੇ ਪਦਾਰਥਾਂ ਦੀ, ਜਦੋਂ ਸਾਡੇ ਅੰਦਰ ਪਦਾਰਥਾਂ ਦੀ ਬਹੁਤੀ ਆਸਾ ਲੱਗੀ ਰਹਿੰਦੀ ਹੈ, ਇੱਛਾ ਲੱਗੀ ਰਹਿੰਦੀ ਹੈ ਵੀ ਆ ਵੀ ਪ੍ਰਾਪਤ ਹੋ ਜਾਵੇ, ਆ ਵੀ ਪ੍ਰਾਪਤ ਹੋ ਜਾਵੇ, ਜਦੋਂ ਉਹ ਸਾਨੂੰ ਸਾਰੇ ਪਦਾਰਥ ਮਿਲ ਜਾਂਦੇ ਨੇ, ਤੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅੰਦੇਸਾ ਤਬ ਹੀ, ਤਦੋਂ ਸੰਸਾ ਪੈਦਾ ਹੋ ਜਾਂਦਾ ਹੈ ਵੀ ਹੁਣ ਇਹਨਾਂ ਨੂੰ ਸੰਭਾਲਣਾ ਕਿਵੇਂ। ਵੀ ਪੈਸੇ ਦਾ ਚਾਰ ਇਕੱਠੇ ਕਰ ਲਏ ਨੇ,
ਹੁਣ ਇਹਨਾਂ ਦੀ ਸੰਭਾਲ ਕਿਵੇਂ ਕਰਨੀ ਹੈ, ਕਿਤੇ ਚੋਰ ਚੋਰੀ ਕਰਕੇ ਨਾ ਲੈ ਜਾਣ, ਕਿਤੇ ਡਾਕੂ ਨਾ ਪੈ ਜਾਣ, ਕਿਤੇ ਟੈਕਸ ਵਾਲੇ ਆਣ ਕੇ ਬੂਹਾ ਨਾ ਖੜਕਾਉਣ। ਫਿਰ ਅਸੀਂ ਵਕੀਲਾਂ ਦਾ ਸਹਾਰਾ ਲੈਨੇ ਵੀ ਦੱਸੋ ਹੁਣ ਇਹਨਾਂ ਨੂੰ ਕਿਵੇਂ ਸੰਭਾਲੀਏ। ਸੱਚੇ ਪਾਤਸ਼ਾਹ ਜੀ ਕਹਿੰਦੇ ਜਬ ਆਸਾ ਅੰਦੇਸਾ ਤਬ ਹੀ, ਜਦੋਂ ਸਾਡੇ ਅੰਦਰ ਪਦਾਰਥਾਂ ਦੀ ਇੱਛਾ ਬਣੀ ਰਹਿੰਦੀ ਹੈ ਤੇ ਤਾਂ ਹੀ ਸਾਨੂੰ ਸੰਸੇ ਵਿਆਪਦੇ ਨੇ। ਕਿਉ ਕਰ ਏਕ ਕਹਾ। ਸੱਚੇ ਪਾਤਸ਼ਾਹ ਜੀ ਕਹਿੰਦੇ ਸਿੱਧੋ ਦੱਸੋ ਇਹ ਜੀਵ ਇੱਕ ਵਾਹਿਗੁਰੂ ਨੂੰ ਕਿਵੇਂ ਕਵੇਗਾ, ਕਿਵੇਂ ਕਥਨ ਕਰੇਗਾ, ਕਿਉਂਕਿ ਇਹਦੇ ਅੰਦਰ ਤਾਂ ਪਦਾਰਥਾਂ ਦੀ ਇੱਛਾ ਲੱਗੀ ਹੋਈ ਹੈ। ਫਿਰ ਉਹਨਾਂ ਪਦਾਰਥਾਂ ਦਾ ਇਹਨੂੰ ਸੰਸਾ ਵਿਆਪ ਰਿਹਾ ਹੈ। ਇਹਦੇ ਕੋਲ ਟਾਈਮ ਹੀ ਨਹੀਂ ਵਾਹਿਗੁਰੂ ਨੂੰ ਚੇਤੇ ਕਰਨ ਦਾ, ਇਹਦੇ ਪਦਾਰਥਾਂ ਦੀ ਸਾਂਭ ਸੰਭਾਲ ਵਿੱਚ ਹੀ ਲੱਗਾ ਰਹਿੰਦਾ ਹੈ। ਇੱਕ ਵਾਹਿਗੁਰੂ ਨੂੰ ਕਿਵੇਂ ਕਥਨ ਕਰੇਗਾ, ਕਿਵੇਂ ਉਚਾਰਨ ਕਰੇਗਾ। ਆਸਾ ਭੀਤਰ ਰਹਿ ਨਿਰਾਸਾ। ਸਿੱਧਾ ਨੇ ਬੇਨਤੀ ਕੀਤੀ ਮਹਾਰਾਜ ਫਿਰ ਆਪ ਦੱਸੋ, ਆਪ ਕਿਰਪਾ ਕਰੋ। ਤੇ ਸਤਿਗੁਰੂ ਜੀ ਕਹਿੰਦੇ ਨੇ ਆਸਾ ਭੀਤਰ ਹੈ ਨਿਰਾਸਾ। ਆਸਾ ਦੇ ਵਿੱਚ ਇਹ ਜੀਵ ਨਿਰਾਸਾ ਰਹੇ, ਜਤਾ ਲਾਭ ਤਤਾ ਸੰਤੁਸ਼ਟ। ਜੋ ਕੁਝ ਵਾਹਿਗੁਰੂ ਨੇ ਦੇ ਦਿੱਤਾ ਉਹਦੇ ਵਿੱਚ ਸੰਤੋਖ ਰੱਖੇ, ਉਹਦੇ ਵਿੱਚ ਟਿਕਿਆ ਰਹੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਸਾ ਭੀਤਰ, ਇਹਨਾਂ ਇੱਛਾਵਾਂ ਦੇ ਅੰਦਰ ਹੀ ਨਿਰਾਸਾ ਧਾਰਨ ਕਰੇ। ਤਉ ਨਾਨਕ ਏਕ ਮਿਲਾ। ਸੱਚੇ ਪਾਤਸ਼ਾਹ ਜੀ ਕਹਿੰਦੇ ਤਾਂ ਭਾਈ ਇੱਕ ਵਾਹਿਗੁਰੂ ਨਾਲ ਇਹਦਾ ਮਿਲਾਪ ਹੋਵੇਗਾ। ਇਨ ਬਿਦ ਸਾਗਰ ਤਰੀਆ। ਔਰ ਜਿਹੜਾ ਸਿੱਧਾ ਨੇ ਸਵਾਲ ਕੀਤਾ ਸੀ ਨਾ ਜੀ ਕਿਨ ਬਿਦ ਸਾਗਰ ਤਰੀਏ, ਹੁਣ ਸਤਿਗੁਰੂ ਜੀ ਕਹਿੰਦੇ ਨੇ ਇਨ ਬਿਦ ਸਾਗਰ ਤਰੀਏ। ਇਸ ਤਰੀਕੇ ਨਾਲ ਭਾਈਏ ਭੈ ਦਾਗ ਸੰਸਾਰ ਸਮੁੰਦਰ ਤੋਂ ਤਰਨਾ ਕਰੀਏ। ਜੀਵ ਤਿਆ ਇਉ ਮਰੀਆ। ਤੇ ਸਿੱਧਾ ਨੇ ਬੇਨਤੀ ਕੀਤੀ ਸੀ ਮਹਾਰਾਜ ਜੀਵ ਤਿਆ ਨਾ ਮਰੀਏ, ਜੀਉਂਦਿਆਂ ਮਰਿਆ ਨਹੀਂ ਜਾਂਦਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੀਵ ਤਿਆ ਇਉ ਮਰੀਏ। ਇਸ ਤਰ੍ਹਾਂ ਭਾਈ ਜੀਉਂਦਿਆਂ ਮਰੀਏ, ਭਾਵ ਪਦਾਰਥਾਂ ਦੀ ਇੱਛਾ ਔਰ ਪਦਾਰਥਾਂ ਦੇ ਹੁੰਦਿਆਂ ਨਿਰਾਸ਼ਾ ਰਹਿਣਾ, ਉਪਰਾਮ ਰਹਿਣਾ ਕਿ ਜਿਹੜੀ ਵਸਤੂ ਅਸੀਂ ਪ੍ਰਾਪਤ ਕਰਨ ਵਾਸਤੇ ਆਏ ਹਾਂ ਵਾਹਿਗੁਰੂ ਨਾਲ ਇੱਕਮਿਕ ਹੋਣ ਵਾਸਤੇ, ਉਹ ਸਾਨੂੰ ਪ੍ਰਾਪਤ ਨਹੀਂ ਹੋਈ, ਇਉਂ ਇਹਦੇ ਵਿੱਚ ਹੀ ਨਿਰਾਸ਼ ਰਹਿਣਾ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਆਪਾਂ ਜੀਵਤ ਭਾਅ ਤੋਂ ਮਰਾਂਗੇ ਫਿਰ ਅਸੀਂ ਸੰਸਾਰ ਸਮੁੰਦਰ ਤੋਂ ਤਰ ਜਾਵਾਂਗੇ। ਰਹਾਉ ਦੂਜਾ। ਇਸ ਪਾਵਨ ਸ਼ਬਦ ਦੇ ਵਿੱਚ ਦੋ ਰਹਾਉ ਆਏ ਨੇ। ਪਹਿਲੇ ਵਿੱਚ ਸਿੱਧਾ ਨੇ ਪ੍ਰਸ਼ਨ ਕੀਤਾ ਸੀ ਕਿਨ ਬਿਦ ਸਾਗਰ ਤਰੀਏ, ਜੀਵਤ ਆ ਨਾ ਮਰੀਏ। ਤੇ ਇਹ ਜਿਹੜਾ ਦੂਜਾ ਰਹਾਉ ਹੈ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਉੱਤਰ ਦਿੱਤਾ ਹੈ ਇਨ ਬਿਦ ਸਾਗਰ ਤਰੀਏ, ਜੀਵਤ ਆ ਇਉਂ ਮਰੀਏ। ਇਹ ਸਤਿਗੁਰੂ ਜੀ ਨੇ ਲੜੀਵਾਰ ਚੱਲ ਰਹੀ ਕਥਾ ਦੇ ਵਿੱਚ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਕੋਲ ਪਦਾਰਥ ਵੀ ਹੋਣ, ਚੰਗੀਆਂ ਕੋਠੀਆਂ ਵੀ ਹੋਣ, ਚੰਗੀਆਂ ਗੱਡੀਆਂ ਮੋਟਰਾਂ ਵੀ ਹੋਣ, ਪਰ ਸੰਗਤ ਜੀ ਹਉਮੈ ਹੰਕਾਰ ਨਾ ਹੋਵੇ। ਅਸੀਂ ਇਹਦੇ ਵਿੱਚ ਉਪਰਾਮਤਾ ਵੀ ਰੱਖੀਏ ਕਿ ਵਾਹਿਗੁਰੂ ਆਪ ਕਿਰਪਾ ਕਰਕੇ ਸਾਨੂੰ ਮਿਲੋ। ਇਹ ਤਾਂ ਦੁਨੀਆ ਦੀਆਂ ਚੀਜ਼ਾਂ ਨੇ, ਇਹ ਇੱਥੇ ਰਹਿ ਜਾਣੀਆਂ ਨੇ, ਸਾਡੇ ਨਾਲ ਨਹੀਂ ਜਾਣੀਆਂ। ਆਪ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਇੱਕਮਿਕ ਕਰ ਲਓ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।